ਇੱਕ ਓਂਕਾਰ ਸਤਿਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। साध संगत के अंचल लाओ, बिखम नदी जाए तरनी। सतनाम वाहिगुरु साहिब जियो। एक ओंकार सतगुरु प्रसाद। राग सूही छंत महला पहला, कर चौथा। जिन किया तिन देखिया, जग तंदड़ै लाया। जिन किया तिन देखिया, जग तंदड़ै लाया। आप करे किस आखियै, होर करे ना कोई। आखण तांको जाइयै, जे भुलड़ा होई। जे होए भूला जाए कहिए, आप करता क्यों भुलै। सुने देखे बाज कहें, दान अण मंगिया दिवै। दान दे दाता जग विधाता, नानका सच सोई। आप करे किस आखियै, होर करे ना कोई। दान दे दाता जग विधाता, नानका सच सोई। आप करे किस आखियै, होर करे ना कोई। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी दी अजीम अपार बख्शिश। टलदी शाम असी सतसंगत दा समा माण पा रहे हैं। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਚੱਲਦੀ ਹੈ। ਗੁਰੂ ਨਾਨਕ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਗਿਆ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ। ਜੋ ਸ਼ਬਦ ਅਸੀਂ ਵਿਚਾਰ ਰਹੇ ਹਾਂ, ਇਹਦੇ 4 ਬੰਦਾਂ ਵਿੱਚੋਂ ਪਹਿਲੇ 3 ਪਦੇ ਅਸੀਂ ਵਿਚਾਰੇ ਨੇ। ਅੱਜ 4 ਨੰਬਰ ਬੰਦ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਜਿਵੇਂ ਆਪ ਪਿੱਛੋਂ ਸਰਵਨ ਕਰਦੇ ਆ ਰਹੇ ਹੋ, ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਇਹ ਸੰਸਾਰ ਜਿਹਦੇ 'ਚ ਅਸੀਂ ਰਹਿ ਰਹੇ ਹੈਗੇ ਹਾਂ, ਖਾਸ ਕਰਕੇ ਮਨੁੱਖਾਂ ਦੁਆਰਾ ਬਣਾਈ ਗਈ ਦੁਨੀਆ, ਸਮਾਜ, ਸੁਸਾਇਟੀ, ਪਰਿਵਾਰ, ਕਿਸੇ ਵੀ ਲੈਵਲ 'ਤੇ ਇਸ ਅੰਦਰ ਬੰਦੇ ਨੂੰ ਕੁਦਰਤ ਨੇ ਜ਼ਮੀਰ ਦਿੱਤਾ ਹੈ, ਜਿਹਨੂੰ ਤੁਸੀਂ ਚੇਤਨ ਕਹਿ ਲਓ, ਕੌਨਸ਼ੀਅਸ। ਵਿਜ਼ਡਮ ਦਿੱਤੀ ਹੈ, ਜਿਹਨੂੰ ਤੁਸੀਂ ਸੋਝੀ ਕਹੋ। ਇੰਟਲੈਕਟ ਦਿੱਤਾ ਆ, ਬੌਧਿਕਤਾ। ਫਿਰ ਇਹਦੇ ਨਾਲ ਦੀ ਨਾਲ ਵਿਵੇਕ, ਇਨਰ ਇਨਸਟਿੰਕਟ। ਇਹ ਸਭ ਚੀਜ਼ਾਂ ਕੋਈ ਘੱਟ, ਕੋਈ ਵੱਧ, ਕੋਈ ਥੋੜ੍ਹਾ ਜਾਂ ਬਹੁਤਾ ਸਭ ਇਸਤੇਮਾਲ ਕਰਦੇ ਹਾਂ। ਸਾਰਿਆਂ ਦੇ ਅੰਤਹਿਕਰਨ ਦੇ ਅੰਦਰ ਅਹੰਗ ਬਿਰਤੀ ਵੀ ਪਈ ਹੈ। ਉਹਦੇ ਅੰਦਰ ਇਹ ਹੈ ਕਿ
ਜਦੋਂ ਤੱਕੜੀ ਤੋਲਦਾ ਬੰਦਾ ਆਪਣੀ ਕੌਂਸ਼ੀਅਸ ਦੇ ਲੈਵਲ 'ਤੇ, ਆਪਣੇ ਆਪ ਨੂੰ, ਆਪਣੇ ਕਰਮਾਂ ਨੂੰ, ਆਪਣੀ ਜਿਹੜੀ ਜੀਵਨ ਜੀਣ ਦਾ ਢੰਗ ਤਰੀਕਾ ਉਹਨੂੰ ਜਸਟੀਫਾਈ ਕਰਦਾ ਹੈ, ਦੂਸਰੇ ਨੂੰ ਕਟਘਰੇ 'ਚ ਖੜਾ ਕਰਦਾ, ਕਲਪਿਟ ਕਹਿੰਦਾ ਹੈ। ਫਿਰ ਕਿਤੇ ਕਿਤੇ ਐਸਾ ਵੀ ਹੁੰਦਾ ਹੈ ਕਿ ਵੱਡੇ ਮੁਆਸ਼ਰੇ ਦੇ ਵਿੱਚ ਬਿਗ ਪਿਕਚਰ we can see lots of errors, and then there are some people who believe this whole creation has been created by Creator. Then we have actually very big and hard questions. Where is Creator? If that Creator is witnessing, creating everything, then he or she should fix it. ਸੋ ਜਦੋਂ ਇਹ ਚੀਜ਼ਾਂ ਸਾਨੂੰ ਫਿਰ ਸਾਡੇ ਬੌਧਿਕਤਾ ਦੇ ਲੈਵਲ 'ਤੇ, ਇੰਟਲੈਕਟ ਦੇ ਲੈਵਲ 'ਤੇ ਸਾਨੂੰ ਮੇਕ ਸੈਂਸ ਨਹੀਂ ਕਰਦੀਆਂ, ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਫਿਰ ਕਈ ਵਾਰ ਇਸ ਲੈਵਲ 'ਤੇ ਵੀ ਆ ਜਾਂਦੇ ਹਾਂ ਵੀ ਕੋਈ ਹੈ ਨਹੀਂ ਗਾ ਕੁਛ ਵੀ, ਗੋਡ, ਰੱਬ, ਅੱਲਾ, ਮੌਲਾ, ਰੱਬ, ਭਗਵਾਨ, ਨਥਿੰਗ। ਜ਼ਿਕਰ ਹੈ ਤੇ ਜਿਵੇਂ ਦੀ ਦੁਨੀਆ ਐਵੇਂ ਦਾ ਹੀ ਹੋਏਗਾ, ਮਾੜਾ ਕੋਝਾ। ਇਹਦੇ ਵਿੱਚੋਂ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਇੱਕ ਨਵਾਂ ਫਿਨੋਮੀਨਾ ਤਾਂ ਨਹੀਂ ਕਹਿ ਸਕਦੇ, ਪਿੱਛੋਂ ਆ ਰਿਹਾ ਵੈਸੇ ਤੇ, ਪਰ ਇੱਕ ਵੱਡੇ ਲੈਵਲ 'ਤੇ ਬੂਸਟ ਹੋ ਗਿਆ ਹੈ ਏਥੀਜ਼ਮ। ਵੀ ਆਰ ਏਥੀਇਸਟ, ਨੋਨ ਬਿਲੀਵਰ ਸਿਸਟਮ ਉਹ ਆ ਰਿਹਾ। ਗੁਰੂ ਬਾਬਾ ਜੀ ਦੀ ਬਾਣੀ ਸਪਿਰਿਚੁਅਲ ਸਾਈਡ 'ਤੇ ਬੜਾ ਲੇਟੈਸਟ ਅਤੇ ਬਿਲਕੁਲ ਜਿਹਨੂੰ ਕਿਹਾ ਜਾਏ ਅਥੈਂਟਿਕ ਅਤੇ ਕ੍ਰੈਡੀਬਲ ਸੋਰਸ ਆ ਕਿਸੇ ਚੀਜ਼ ਨੂੰ ਵੀ ਚੈੱਕ ਕਰਨ ਵਾਸਤੇ। ਖਾਸ ਤੌਰ 'ਤੇ ਜਿਹੜੇ ਔਰਗੇਨਾਈਜ਼ ਰਿਲੀਜਨ ਨੇ, ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਸਮਝਣਾ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਬਾਬਾ ਜੀ ਫਿਰ ਜਿਵੇਂ ਆਹੀ ਸ਼ਬਦ ਸ਼ੁਰੂ ਹੋਇਆ ਸੀ, ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ। ਧੰਦੜਾ ਕਹਿੰਦੇ ਨੇ ਬਿਜ਼ਨਸ ਨੂੰ। ਇਹ ਕਰਤਾਰੀ ਕੁਦਰਤ ਦੇ ਇਸ ਰੰਗ ਦੇ ਵਿੱਚ ਇੱਕ ਐਸਾ ਧੰਦਾ ਉਹਨੇ ਸਿਰਜਿਆ ਹੈ ਜਿਹਦੇ 'ਚ ਕੂੜ ਤੇ ਸੱਚ ਘੁਲ ਰਹੇ ਨੇ। ਇਹ ਧੰਦਾ ਮਦਰ ਨੇਚਰ ਨੇ ਅਲਾਓ ਕੀਤਾ ਹੈ। ਜੇ ਦੇਖਿਆ ਜਾਏ ਸੰਸਾਰ ਆ, ਇਹਦੇ 'ਚ ਰੋਗ ਵੀ ਹੈ, ਇਹਦੇ 'ਚ ਇਲਾਜ ਵੀ ਹੈ, ਇਹਦੇ 'ਚ ਅਰੋਗ ਵੀ ਹੈ, ਇਹਦੇ 'ਚ ਬੜੀ ਡੀਪ ਲੈਵਲ ਦੀ ਅਲਾਮਤ ਤੋਂ ਲਾਮਤ, ਕੁਸ਼ਟ ਤੋਂ ਕੁਸ਼ਟ ਲੈਵਲ 'ਤੇ ਬਿਮਾਰੀਆਂ, ਡਿਜ਼ੀਜ਼ ਵੀ ਹੈਗੀਆਂ ਨੇ, ਸਭ ਆ। ਤੇ ਘੋਲ ਚੱਲ ਰਿਹਾ ਸਾਰੇ ਦਾ ਸਾਰਾ। ਇਸ ਘੋਲ ਦੇ ਵਿੱਚ ਬੰਦੇ ਨੂੰ, ਸਾਰੇ ਇਸ ਤਮਾਸ਼ੇ ਨੂੰ ਜੀਂਦਿਆਂ ਹੋਇਆਂ ਸਮਝਣ ਦੀ ਜਾਚ ਆਏ ਅਤੇ ਸਮਝਦਿਆਂ ਹੋਇਆਂ ਆਪਣੇ ਰੋਲ ਨੂੰ ਪਛਾਣ ਕੇ ਕਰਨ ਦੀ ਜਾਚ ਆਵੇ। ਦੈਟ ਇਜ਼ ਸਪਿਰਿਚੁਐਲਿਟੀ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਬਾਣੀ। ਇਹ ਸਾਰੇ ਦੇ ਵਿੱਚ ਜਿਵੇਂ ਬੀਤੇ ਕੱਲ੍ਹ ਅਸੀਂ ਬਚਨ ਵਿਚਾਰ ਰਹੇ ਸੀ, ਗੁਨਾਹ ਕਹੋ ਵੈ ਵਾਸੁਲਾ ਕਟ ਵਾਸ ਲਹੀਜ ਹੈ। ਜੇ ਇਹ ਬਿਜ਼ਨਸ ਚੱਲ ਰਿਹਾ, ਇੱਕ ਧੰਦਾ ਚੱਲ ਰਿਹਾ ਹੈ, ਅਤੇ ਇਸ ਧੰਦੇ ਦੇ ਵਿੱਚ ਮੈਂ ਕਿਹੜੀ ਸਾਈਡ 'ਤੇ ਜਾਵਾਂ? ਗੁਣਾਂ ਵਾਲੀ ਸਾਈਡ 'ਤੇ ਗੁਣ ਗ੍ਰਹਿਣ ਕਰਾਂ, ਗੁਣਾਂ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਾਂ। ਸੰਸਾਰ ਵਿੱਚ ਵਿਚਰਾਂ, ਮਾੜੇ ਵੀ ਹੋਣਗੇ, ਭੈੜੇ ਵੀ ਹੋਣਗੇ, ਕੋਝੇ ਵੀ ਹੋਣਗੇ, ਪਰ ਮੇਰੀ ਸਾਂਝ ਗੁਣਾਂ ਨਾਲ ਹੋਏ। ਮਾੜਿਆਂ ਵਿੱਚੋਂ ਵੀ ਗੁਣ ਲੱਭਾਂ, ਉਹਨਾਂ ਨੂੰ ਵੀ ਇੰਪਾਵਰਮੈਂਟ ਦੇਵਾਂ, ਉਹਨਾਂ ਨੂੰ ਵੀ ਦੱਸਾਂ ਤੁਸੀਂ ਸਮਰੱਥ ਹੋ, ਤੁਸੀਂ ਚੰਗੇ ਹੋ, ਆਪਣੇ ਆਪ ਵੱਲ ਧਿਆਨ ਦਿਓ। ਇਸ ਤਰ੍ਹਾਂ ਸੰਸਾਰ, ਇਸ ਤਰ੍ਹਾਂ ਦੁਨੀਆ ਚੱਲਦੀ ਹੈ। ਸੋ ਇਹ ਸਾਰੇ ਦਾ ਇਸ ਸ਼ਬਦ ਦੇ ਵਿੱਚ ਲਗਾਤਾਰ ਵੇਰਵਾ ਆ ਰਿਹਾ ਹੈ। ਜੋ ਅੱਜ ਪਦ ਆਇਆ, ਆਪਾਂ ਇਸ ਤੋਂ ਬਾਅਦ ਅੱਗੇ ਤੋਰੀ, ਅਦਰਵਾਈਜ਼ ਸਾਡੀ ਫਿਰ ਬਾਤ ਨਹੀਂ ਤਾਂ ਸਮਾਂ ਲੰਘ ਜਾਏਗਾ। ਮਹਾਰਾਜ ਬਿਆਨ ਕਰਦੇ ਨੇ, ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ। ਆਪ ਕਰੇ ਕਿਸ ਆਖੀਏ। ਸ਼ਿਕਵੇ ਸ਼ਿਕਾਇਤਾਂ ਕਰਨੀਆਂ ਕਿ ਰੱਬਾ ਆਹ ਨਹੀਂ ਠੀਕ ਕੀਤਾ, ਆਹ ਠੀਕ ਕਰ ਦਿੱਤਾ, ਇਹ ਗਲਤ ਕਿਉਂ ਹੋ ਗਿਆ, ਇਹ ਬੰਦੇ 'ਚ ਅਕਸਰ ਰਹਿੰਦਾ ਆ। ਅਤੇ ਇਹਦੇ 'ਚ ਇਹ ਹੈ ਕਿ ਗੁਰਬਾਣੀ ਕਹਿੰਦੀ ਆਪ ਕਰੇ। ਜਦੋਂ ਕਰਨ ਕਰਾਉਣ ਵਾਲਾ ਆਪ ਹੀ ਆਪ ਹੈ। ਕਿਸ ਆਖੀਏ, ਕਿਸ ਨੂੰ ਜਾ ਕੇ ਦੱਸੀਏ, ਕਿਹਨੂੰ ਜਾ ਕੇ ਸਮਝਾਈਏ ਪਿਆ ਠੀਕ ਨਹੀਂ ਤੇ ਠੀਕ ਹੈ ਤੇ ਆ ਠੀਕ, ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ। ਇਸ ਲੈਵਲ 'ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਚ ਅਸੀਂ ਪੜ੍ਹੀਏ, ਬਾਬਾ ਜੀ ਕਹਿੰਦੇ ਕਿ ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਏ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਬੰਦੇ ਝੱਖ ਨਾ ਮਾਰਿਆ ਕਰ। ਝੱਖ ਮਾਰਨਾ ਹੁੰਦਾ ਹੈ ਕਿ ਮੈਨੂੰ ਜੋ ਸੈਂਸ ਕਰਦੀ ਹੈ ਚੀਜ਼, ਮੈਨੂੰ ਉਹ ਚੰਗੀ ਲੱਗਦੀ ਹੈ। ਮੈਂ ਸੋਚਦਾ ਐਵੇਂ ਕਿਉਂ ਨਹੀਂ ਦੁਨੀਆ ਚੱਲਦੀ। ਪਰਿਵਾਰ ਦਾ ਝਗੜਾ ਤੁਸੀਂ ਦੇਖੋ ਕੀ ਹੈ,
ਪਰਿਵਾਰ ਦਾ ਝਗੜਾ ਇੱਥੋਂ ਸ਼ੁਰੂ ਹੁੰਦਾ ਆ ਕਿ ਸਪੋਜ਼ ਦੋ ਕੰਪੈਨੀਅਨ ਹੀ ਨੇ, ਹਸਬੈਂਡ ਵਾਈਫ, ਦੇ ਆਰ ਪ੍ਰੋਵਾਈਡਿੰਗ ਕੰਪਨੀ ਟੂ ਈਚ ਅਦਰ। ਉਹਦੇ 'ਚ ਹਸਬੈਂਡ ਇਹ ਸੋਚਦਾ ਜਿਵੇਂ ਮੈਂ ਸੋਚ ਰਿਹਾ, ਜੋ ਮੇਰਾ ਥਿੰਕਿੰਗ ਸਟਾਈਲ ਆ, ਮੇਰੀ ਵਾਈਫ ਦਾ ਕਿਉਂ ਨਹੀਂ ਹੈਗਾ। ਵਾਈਫ ਇਹ ਸੋਚਦੀ ਏ ਜਿੱਥੇ ਮੈਂ ਇਮੋਸ਼ਨਲੀ ਖੜੀ ਹਾਂ, ਇਹ ਕਿਉਂ ਨਹੀਂ ਖੜਾ ਉੱਥੇ। ਇਹੀ ਝਗੜਾ ਹੈ, ਬਸ ਇਹ ਇੰਨੀ ਲੜਾਈ ਹੈ ਕਿ ਮੇਰੀ ਜਿਹੜੀ ਉਸ ਰੂਪ ਦੇ 'ਚ ਬਾਤ ਆ ਕਿ ਜਿਵੇਂ ਮੈਂ ਸੋਚ ਰਿਹਾ ਐਵੇਂ ਕਿਉਂ ਨਹੀਂ ਸੋਚ ਰਿਹਾ। ਬੱਚਿਆਂ ਨਾਲ ਵੀ ਇਹ ਲੜਾਈ ਹੈ। ਜਿਵੇਂ ਬੱਚੇ ਸੋਚਦੇ ਨੇ, ਅਸੀਂ ਕਹਿੰਦੇ ਹਾਂ ਇਹ ਗਲਤ ਕਿਉਂ ਸੋਚਦੇ ਨੇ, ਸਾਡੀ ਤਰ੍ਹਾਂ ਕਿਉਂ ਨਹੀਂ ਸੋਚਦੇ। ਜਾਂ ਬੱਚੇ ਇਸ ਲੈਵਲ 'ਤੇ ਆਉਂਦੇ ਨੇ ਜਿਵੇਂ ਅਸੀਂ ਸੋਚ ਰਹੇ ਹਾਂ, ਜਿਵੇਂ ਅਸੀਂ ਪਰਸੀਵ ਕਰ ਰਹੇ ਹਾਂ ਸਾਰੀ ਦੁਨੀਆ, ਸਾਰਾ ਕੁਝ, ਸਾਡੇ ਮਾਂ ਬਾਪ ਕਿਉਂ ਨਹੀਂ ਕਰ ਰਹੇ। ਉਹ ਕਿਉਂ ਇਸ ਗੱਲ ਤੋਂ ਵਿਜ਼ਨਰੀ ਨਹੀਂ, ਕਿਉਂ ਉਹਨਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਹੈਗੀਆਂ। ਤੇ ਮੈਂ ਇਹਦੇ ਬਾਬਤ ਸਿੰਪਲ ਬਾਤ ਕਰਦਾ ਕਈ ਵਾਰੀ। ਚਲੋ ਜੇ ਬਾਤ ਆਈ ਹੈ, ਨੋ ਵਨ ਇਜ਼ ਬ੍ਰੇਨ ਰੀਡਰ ਓਵਰ ਹੇਅਰ। ਕਿਸੇ ਕੋਲ ਕੁਦਰਤ ਨੇ ਐਬਿਲਿਟੀ ਨਹੀਂ ਦਿੱਤੀ, ਕੋਈ ਬ੍ਰੇਨ ਰੀਡਰ ਨਹੀਂ ਹੈਗਾ। ਹਾਂ, ਤੁਸੀਂ ਜੇ ਕਿਸੇ ਨੂੰ ਕੁਝ ਦੱਸਣਾ ਆ, ਕਿਸੇ ਦਾ ਕੁਝ, ਕਿਸੇ ਤੱਕ ਆਪਣਾ ਸੰਦੇਸ਼ ਪਹੁੰਚਾਉਣਾ, ਯੂ ਹੈਵ ਟੂ ਸਪੀਕ ਆਊਟ ਲਾਊਡ। ਬੋਲਣਾ ਪਏਗਾ। ਫਿਰ ਜਦੋਂ ਬੋਲਣਾ ਪਏਗਾ ਤਾਂ ਲੜਾਈ ਹੋਏਗੀ। ਫਿਰ ਬੰਦਾ ਕਹਿੰਦਾ ਯੂ ਨਾ ਆਈ ਐਮ ਜਸਟ ਐਕਚੁਅਲੀ trying to grip my tongue between my teeth. I don't want to actually speak anything, ਕਿਉਂਕਿ ਉਹ ਲੜਾਈ ਹੋ ਜਾਂਦੀ। ਭਾਈ ਉਹਦੇ ਲਈ ਫਿਰ ਇਹ ਹੈ ਤਰੀਕਾ ਸਿੱਖੋ ਬੋਲਣ ਦਾ, ਬੋਲਣ ਦਾ ਢੰਗ ਸਿੱਖੋ। ਜੇ ਬੋਲਣ ਦਾ ਢੰਗ ਆ ਜਾਏਗਾ, ਇਹੀ ਸਾਰੀ ਗੁਰਬਾਣੀ ਕੀ ਹੈ, ਤੁਹਾਡੇ ਮਨ ਦੇ ਨਾਲ ਤੁਹਾਡੀ ਗੱਲ ਆ ਸਾਰੀ। ਦੈਟ ਇਜ਼ ਐਕਚੁਅਲੀ ਥਿੰਗ। ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਰੱਬ ਰਹਿੰਦੇ ਹੀ ਵਿੱਚ ਆ, ਤੇ ਹੈ ਹੀ ਕਿਤੇ ਬਾਹਰ ਨਹੀਂਗਾ। ਮਨ ਮੰਦਰ ਤਨਵੇਸ ਕਲੰਦਰ, ਮਨ ਦੇ ਮੰਦਰ 'ਚ ਤੇ ਬੈਠਾ ਹੋ, ਤੇ ਉਸ ਮੰਦਰ ਦੇ ਨਾਲ ਆਪਾਂ ਤੇ ਬਾਹਰ ਦੇ ਮੰਦਰ ਪੂਜਦੇ ਹਾਂ ਨਾ, ਉਸ ਮੰਦਰ ਨੂੰ ਕੌਣ ਜਾਏਗਾ, ਉੱਥੇ ਤੱਕ ਇਹ ਸ਼ਬਦ ਲੈ ਕੇ ਜਾਂਦਾ। ਸੋ ਉਹਦੇ ਨਾਲ ਜੇ ਅਸੀਂ ਰਾਫਤੇਦਾਰੀ ਕਰਾਂਗੇ ਤੇ ਬਾਤ ਬਣੇਗੀ। ਤੇ ਉਹਦੇ ਲਈ ਗੱਲ ਕਰਨ ਦਾ ਢੰਗ, ਤਰੀਕਾ ਵੱਲ ਇਹ ਚੀਜ਼ ਆ ਜਾਏ। ਹੁਣ ਸਪੋਜ਼ ਸਿੰਪਲ ਬਾਤ ਆ, ਤੁਸੀਂ ਪਰਿਵਾਰ ਦੇ 'ਚ ਗੱਲ ਕਰਨੀ ਹੈ, ਤੇ ਗੱਲ ਕਰਨ ਲਈ ਇਮਾਨਦਾਰ ਹੋਵੋ, ਕੰਪੈਸ਼ਨੇਟ, ਤਰਸ ਤੇ ਪਿਆਰ ਨਾਲ ਭਰ ਜਾਓ। ਰੱਬ ਅੱਗੇ ਅਰਦਾਸ ਕਰੋ, ਦਾਤਾ ਪਿਆਰ ਦੀ ਦਾਤ ਦੇ, ਐਸੀ ਦਾਤ ਦੇ, ਕਿਸੇ ਦੇ ਨਾਲ ਭਲੇ ਦੇ ਤੌਰ 'ਤੇ ਵਿਚਰਾਂ, ਸਨੇਹ ਦੇ ਤੌਰ 'ਤੇ ਵਿਚਰਾਂ, ਇਹਦੀ ਦਾਤ ਦੇ। ਇਹਦੇ ਨਾਲ ਜਿਹੜੀ ਚੀਜ਼ ਘਟੇਗੀ ਉਹ ਹੈ ਐਂਗਰ, ਗੁੱਸਾ, ਕ੍ਰੋਧ। ਜਿਹੜੀ ਚੀਜ਼ ਘਟੇਗੀ ਉਹ ਹੈ ਪਸ਼ੇਮੀਨਗੀ, ਫਰਸਟ੍ਰੇਸ਼ਨ। ਜਿਹੜੀ ਚੀਜ਼ ਘਟੇਗੀ ਉਹ ਹੈ ਲਗਾਤਾਰ ਅੰਦਰ ਜਿਹੜਾ ਹੈ ਕਿਸੇ ਨੂੰ ਜੱਜ ਕਰਨਾ, ਓਵਰ ਥਿੰਕ ਕਰਨਾ, ਆਪਣੇ ਵੱਲੋਂ ਚੀਜ਼ਾਂ ਨੂੰ ਅਜ਼ਿਊਮ ਕਰਨਾ, ਰੋਂਗ ਐਂਟੀਪਟੇਸ਼ਨ ਜਿਹੜੀ ਹੈਗੀ ਹੈ, ਇੰਟਰਪ੍ਰੀਟੇਸ਼ਨ ਕਰੀ ਜਾਣੀ ਚੀਜ਼ਾਂ ਦੀ, ਐਂਟੀਸਪੇਸ਼ਨ ਨੂੰ ਗਲਤ ਕਰ ਲੈਣੀ ਸਾਰੇ ਦੀ ਸਾਰੀ, ਉਹ ਚੀਜ਼ ਘਟੇਗੀ। ਇਹਦੇ ਮੁਕਾਬਲਤਨ ਸਾਫ਼ ਗੋਈ ਦੇ ਨਾਲ ਜਿਹੜੀ ਸਿਚੁਏਸ਼ਨ ਹੈ ਉਹਨੂੰ ਐਜ਼ ਇਟ ਇਜ਼ ਪਰਸੀਵ ਕਰਨ ਦੀ ਜਾਚ ਆ ਸਕੇ ਕਿ ਉਸੇ ਲੈਵਲ 'ਤੇ, ਉਸ ਪਲੇਟਫਾਰਮ 'ਤੇ ਹੁੰਦੇ ਲੱਗੇ ਜਾਓਗੇ। ਫਿਰ ਉਹਦੇ ਅਕੋਰਡਿੰਗਲੀ ਗੱਲਬਾਤ ਕਰੋਗੇ, ਪਿਆਰ ਨਾਲ, ਸਨੇਹ ਨਾਲ, ਖਲੂਸ ਨਾਲ, ਮੁਹੱਬਤ ਨਾਲ ਦੂਸਰੇ ਦੀ ਬਾਤ ਨੂੰ ਸਮਝੋਗੇ, ਉਹਨੂੰ ਸੁਣਨ ਤੋਂ ਬਾਅਦ, ਪ੍ਰੋਸੈਸ ਕਰਨ ਤੋਂ ਬਾਅਦ ਉਹਨੂੰ ਆਪਣੀ ਗੱਲ ਸਮਝਾਓਗੇ। ਇਟ ਵਿਲ ਟੇਕ ਟਾਈਮ। ਇਹ ਭਗਤੀ ਹੈ। ਜਿਨ੍ਹਾਂ ਤੋਂ ਇਹ ਭਗਤੀ ਨਹੀਂ ਹੋਈ ਉਹ ਛੱਡ ਕੇ ਦਰਖਤਾਂ ਥੱਲੇ ਬੈਠ ਕੇ, ਪਹਾੜਾਂ ਦੀਆਂ ਕੰਦਰਾਂ 'ਚ ਬੈਠ ਕੇ, ਗੁਫਾ 'ਚ ਬੈਠ ਕੇ ਜਾ ਕੇ ਹੋਰ ਭਗਤੀ ਕਰਨ ਲੱਗ ਗਏ ਤੇ ਸੋਚਿਆ ਮਨ ਸ਼ਾਂਤ ਹੋ ਜਾਏਗਾ ਇਹਦੇ ਨਾਲ। ਮਨ ਤੇ ਸ਼ਾਂਤ ਹੋਏਗਾ ਗੱਲ ਕਰਕੇ। ਦੁਨੀਆ 'ਚ ਜਾਓ, ਵਿੱਚ ਦੁਨੀਆ ਸੇਵ ਕਮਾਈਏ, ਕਿੱਡੀ ਵੱਡੀ ਸੇਵਾ ਆ। ਕਿਸੇ ਦੀ ਗੱਲ ਸੁਣਨੀ, ਕਿਸੇ ਨੂੰ ਗੱਲ ਕਹਿਣੀ। ਅੱਜ ਵੀ ਤੁਸੀਂ ਦੇਖੋ ਦੁਨੀਆ ਦੇ ਵੱਖਰੇ ਵੱਖਰੇ ਪ੍ਰੋਫੈਸ਼ਨਸ ਹੈਗੇ ਨੇ ਧਰਤੀ ਦੇ ਉੱਤੇ। ਸਭ ਤੋਂ ਜਿਹੜਾ ਅੱਜ ਵੀ ਮੈਡੀਕਲ ਸਾਇੰਸ ਦੇ ਵਿੱਚ ਤੁਸੀਂ ਦੇਖੋਗੇ, ਸਾਈਕੈਟਰਿਸਟ ਸਾਡੇ ਸ਼ਹਿਰਾਂ ਦੇ ਵਿੱਚ, ਸਾਈਕੋਲੋਜਿਸਟ ਜਿਹੜੇ ਨੇ, ਅਪੁਆਇੰਟਮੈਂਟ ਨਹੀਂ ਮਿਲਦੀ। 6-6 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ। ਰੀਜ਼ਨ ਕੀ ਹੈ? ਕਿਉਂਕਿ ਕਿਸੇ ਦੀ ਗੱਲ ਸੁਣਨ ਲਈ ਕੋਈ ਤਿਆਰ ਨਹੀਂ ਗਾ। ਕਿਸੇ ਨੂੰ ਗੱਲ ਸੁਣਾਣੀ ਹੈ ਜਾ ਕੇ। ਜੇ ਸੁਣਾਵਾਂਗੇ ਤੇ ਅਗਲਾ ਜੱਜ ਕਰੇਗਾ ਸਾਨੂੰ। ਨੌਨ ਜਜਮੈਂਟਲ ਵੇ ਦੇ ਨਾਲ ਕੋਈ ਸਾਨੂੰ ਸੁਣੇ ਤੇ ਸਾਨੂੰ ਸਮਝ ਸਕੇ। ਹੂ ਆਰ ਦੇ ਆਰ ਥੈਰੇਪਿਸਟ। ਉਹ ਤੇ ਥੈਰੇਪੀ ਕਰ ਦੇਣਗੇ ਤੁਹਾਡੀ। ਤੇ ਬੰਦੇ ਸਾਰਿਆਂ ਕੋਲ ਹੀ ਹੋਣੀ ਚਾਹੀਦੀ, ਕਿਉਂਕਿ ਕੰਨ ਸਾਰਿਆਂ ਨੂੰ ਲਾਏ ਨੇ, ਜ਼ਬਾਨ ਸਾਰਿਆਂ ਨੂੰ ਲਾਈ ਹੈ, ਬੋਲਣਾ ਵੀ ਦਿੱਤਾ ਹੈ, ਤੇ ਸੁਣਨ ਦੀ ਐਬਿਲਿਟੀ ਵੀ ਦਿੱਤੀ ਹੈ। ਪਰ ਸਭ ਨੂੰ ਸੁਣਨਾ ਨਹੀਂ ਆਉਂਦਾ, ਸਭ ਨੂੰ ਬੋਲਣਾ ਵੀ ਨਹੀਂ ਆਉਂਦਾ। ਤੇ ਇਹ ਚੀਜ਼ਾਂ ਇਸ ਕਰਕੇ ਨੇ ਕਿਉਂਕਿ ਸਾਨੂੰ ਆਪਣੇ ਆਪ ਨਾਲ ਬੋਲਣਾ ਨਹੀਂ ਆਉਂਦਾ, ਆਪਣੇ ਆਪ ਨੂੰ ਸੁਣਨਾ ਨਹੀਂ ਆਉਂਦਾ।
ਸਾਡਾ ਅੰਦਰ ਸਾਨੂੰ ਕੋਈ ਦੱਸ ਰਿਹਾ ਆ। ਜਦੋਂ ਅਸੀਂ ਇਸ ਤਰੀਕੇ ਨਾਲ ਕੋਈ ਸ਼ਿਕਾਇਤ, ਕੋਈ ਸ਼ਿਕਵਾ ਕਰਦੇ, ਇਹਨੂੰ ਵਿਕਟਿਮ ਕਾਰਡ ਪਲੇ ਕਰਨਾ ਕਹਿੰਦੇ ਆ। ਆਲੇ ਦੁਆਲੇ ਦੇ 'ਚ ਫਾਲਟ ਲੱਭ ਕੇ ਆਪਣੇ ਆਪ ਨੂੰ ਬੰਦਾ ਬਰੀ ਕਰ ਲੈਂਦਾ ਹੈ, ਜਸਟੀਫਾਈ ਕਰ ਲੈਂਦਾ ਹੈ ਕਿ ਉਹਨੂੰ ਸਾਰਾ ਇਹਨਾਂ ਦਾ ਫਾਲਟ ਆ। ਭਾਈ ਮੈਂ ਵੀ ਤਾਂ ਇਸੇ ਮੁਆਸ਼ਰੇ ਦਾ ਹਿੱਸਾ ਆ, ਵੱਡੀ ਪਿਕਚਰ ਦਾ। ਰੋਲ ਮੇਰਾ ਥੋੜ੍ਹਾ ਹੋਏਗਾ ਪਰ ਹੈ ਮੇਰਾ ਵੀ ਰੋਲ ਇਹਦੇ ਵਿੱਚ। ਜੇ ਥੋੜ੍ਹਾ ਰੋਲ ਆ, ਉਹ ਰੋਲ ਮੈਂ ਤੇ ਸਹੀ ਤਰ੍ਹਾਂ ਅਦਾ ਕਰਾਂ ਆਪਣਾ। ਪਰ ਉਹਦੇ ਲਈ ਡਰ ਬੜਾ ਲੱਗਦਾ ਵੀ ਜੇ ਕਿਤੇ ਮੈਂ ਆਪਣੇ ਰੋਲ ਨੂੰ ਸਹੀ ਤਰ੍ਹਾਂ ਕਰਨ ਦੀ ਟਰਾਈ ਕੀਤੀ ਦੈਨ ਆਈ ਹੈਵ ਟੂ ਫੇਸ ਅ ਲੋਟ ਆਫ ਕੌਨਸੀਕੁਐਂਸ। ਉਹਦੇ ਲਈ ਫਿਰ ਕੀ ਚਾਹੀਦੀ? ਕਰੇਜ, ਦਲੇਰੀ। ਫਿਰ ਇਹਦੇ ਵਾਸਤੇ ਬਾਣੀ ਪੜ੍ਹੇਗਾ, ਪਾਠ ਕਰੇਗਾ, ਸੰਗਤ। ਆ ਚੀਜ਼ ਇੱਥੇ ਇਸ ਕਰਕੇ ਨਹੀਂ ਕਿ ਸਿਰਫ ਪਾਠ ਇਸ ਕਰਕੇ ਕਰੀ ਜਾਵਾਂ ਮੈਨੂੰ ਚੰਗੀ ਜੌਬ ਮਿਲ ਜਾਏਗੀ, ਮੇਰਾ ਚੰਗਾ ਕੋਈ ਜਿਹੜਾ ਹੈਗਾ ਪਰਿਵਾਰ ਮੇਰੇ 'ਚ ਸੁੱਖ ਸ਼ਾਂਤੀ ਆ ਜਾਏਗੀ। ਭਈ ਆਏਗੀ, ਪਰ ਤਰੀਕਾ ਸਹੀ ਅਡਾਪਟ ਕਰ, ਸਹੀ ਢੰਗ ਦੇ ਨਾਲ। ਆਟੇ ਤੋਂ ਹੀ ਪੀਜ਼ਾ ਬਣਦਾ ਹੈ, ਆਟੇ ਤੋਂ ਹੀ ਪ੍ਰਸ਼ਾਦਾ ਬਣਦਾ ਹੈ, ਆਟੇ ਤੋਂ ਹੀ ਬ੍ਰੈਡ ਬਣਦੀ ਹੈ। ਬਣਾਉਣ ਦਾ ਢੰਗ ਹੈ ਸਾਰੇ ਦਾ ਸਾਰਾ। ਇਹ ਗੁਰੂ ਬਾਬਾ ਜੀ ਨੇ ਸਾਰਾ ਸਕੂਲ ਆਫ ਥਾਟ ਜਿਹੜਾ ਹੈਗਾ ਪ੍ਰੋਡਿਊਸ ਕੀਤਾ। ਪ੍ਰੋਡਿਊਸ ਇਸ ਕਰਕੇ ਕੀਤਾ ਤਾਂ ਕਿ ਆਤਮਿਕ ਤੌਰ 'ਤੇ ਅਸੀਂ ਸ਼ਾਂਤੀ ਪ੍ਰਾਪਤ ਕਰ ਸਕੀਏ, ਸਰਬੁਲੰਦਗੀ ਪ੍ਰਾਪਤ ਕਰ ਸਕੀਏ। ਜਿਹੜੇ ਲੋਕ ਇਨਰ ਪੀਸ ਨੂੰ ਮਾਣਦੇ ਨੇ, ਪੇਸ਼ੈਂਸ ਨੂੰ, ਜਿਨ੍ਹਾਂ ਦੇ ਕੋਲ ਪੇਸ਼ੈਂਸ ਹੈਗਾ, ਜਿਨ੍ਹਾਂ ਦੇ ਕੋਲ ਆਪਣੇ ਆਪ ਨੂੰ ਸਮਝ ਕੇ ਤੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਤਾਕਤ ਹੈ, ਸਭ ਕੰਮ ਕਰ ਸਕਦੇ ਨੇ। ਕਿਉਂ ਨਹੀਂ ਕਰ ਸਕਦੇ? ਜ਼ਿੰਦਗੀ ਦੇ ਹਰ ਖੇਤਰ ਦੇ 'ਚ, ਹਰ ਜਗ੍ਹਾ ਦੇ ਉੱਤੇ ਉਹ ਆਪਣੇ ਆਪ ਨੂੰ ਉਸਾਰੂ, ਆਪਣੇ ਆਪ ਨੂੰ ਲੀਡਿੰਗ ਰੋਲ 'ਚ ਲਿਆ ਸਕਦੇ ਨੇ। ਪਰ ਇਹ ਹੈ ਵਿਕਟਿਮ ਕਾਰਡ ਨਾ ਪਲੇ ਕਰ, ਆਲੇ ਦੁਆਲੇ ਨੂੰ ਬਲੇਮ ਨਾ ਦੇ, ਆਪਣੇ ਆਪ ਤੇ ਫੋਕਸ ਕਰ, ਐਮਫੈਸਾਈਜ਼ ਕਰ, ਉੱਤੇ ਧਿਆਨ ਦੇ। ਜਿੱਥੇ ਜਿੱਥੇ ਤੇਰਾ ਜਿੰਨਾ ਰੋਲ ਬਣਦਾ ਉਸ ਰੋਲ ਨੂੰ ਪ੍ਰੋਪਰਲੀ ਪਲੇ ਕਰ। ਫਿਰ ਇੱਕ ਲੈਵਲ ਤੇ ਆਏਗਾ, ਕੋਈ ਆ ਕੇ ਸ਼ਿਕਾਇਤ ਕਰੇਗਾ, ਦੱਸੇਗਾ ਫਲਾਣੇ ਦਾ ਕਸੂਰ ਹੈ, ਫਲਾਣੇ ਦਾ ਆ ਹੈ। ਫਿਰ ਜਾ ਕੇ ਬੰਦੇ ਨੂੰ ਆ ਬਿਰਤੀ ਆ ਜਾਏਗੀ, ਆਪ ਕਰੇ, ਕਰਨ ਕਰਾਉਣ ਵਾਲਾ ਆਪੇ ਆਪ ਹੈ। ਬੰਦੇ ਆਪਣੇ ਤੇ ਪਹਿਚਾਣ, ਆਪ ਮੀਂਹ ਨਹੀਂ ਆਪ ਆ, ਆਪਣਾ ਆਪਾ। ਅਸੀਂ ਵੀ ਕਰਨ ਵਾਲੇ ਹਾਂ, ਸਾਡੇ ਨਾਲ ਹੀ ਇਹ ਸੰਸਾਰ ਚੱਲਦਾ, ਅਸੀਂ ਇਸ ਦੁਨੀਆ ਵਿੱਚ ਰਹਿੰਦੇ। ਤੇ ਸਾਡੇ ਅੰਦਰ ਹੀ ਉਹ ਬੈਠੀ ਸ਼ਕਤੀ ਜਿਹਨੇ ਠੀਕ ਕਰਨਾ ਹੈ, ਜਿਹਨੇ ਮਦਦ ਕਰਨੀ ਹੈ। ਕਿ ਅਸੀਂ ਰੈਡੀ ਹਾਂ ਇਹਦੇ ਵਾਸਤੇ, ਕਿ ਅਸੀਂ ਤਿਆਰ ਹਾਂ ਇਹਦੇ ਵਾਸਤੇ? ਬਸ ਇਹ ਸੋਚ ਲਈਏ। ਸਾਖੀ ਨੂੰ ਮੈਂ ਬਾਤ ਕਰ ਦਿੰਦਾ ਕਿਉਂਕਿ ਕਈ ਵਾਰੀ ਚੀਜ਼ ਥੋੜ੍ਹੀ ਫਿਲੋਸਫੀਕਲ ਭਾਰੀ ਲੱਗਦੀ ਹੈ। ਗੁਰੂ ਨਾਨਕ ਸਾਹਿਬ ਜਗਤ ਦੇ ਕਲਿਆਣ ਹਿੱਤ ਜਦੋਂ ਗੁਰੂ ਬਾਬਾ ਜੀ ਵੱਖਰੀਆਂ ਵੱਖਰੀਆਂ ਉਦਾਸੀਆਂ ਕਰਦੇ ਨੇ, ਜਰਨੀਜ਼ ਕਰਦੇ ਨੇ ਟੂ ਪ੍ਰੋਵਾਈਡ ਸਮ ਕਾਈਂਡ ਆਫ ਪੀਸ, ਸਮ ਕਾਈਂਡ ਆਫ ਵੈਲ-ਬੀਇੰਗ ਟੂ ਦ ਆਰਡੀਨਰੀ ਹਿਊਮਨਸ ਟੂਵਰਡ ਦ ਵਰਲਡ। ਉਸ ਰੂਪ ਦੇ ਵਿੱਚ ਚੜਿਆ ਸੋਧਨ ਤਰਤ ਲੁਕਾਈ। ਉਸ ਵਕਤ ਅਸੀਂ ਤਵਾਰੀਖ 'ਚ ਪੜ੍ਹਦੇ ਹਾਂ, ਹਿਸਟਰੀ ਦੇ ਵਿੱਚ, ਕਿ ਗੁਰੂ ਬਾਬਾ ਜੀ ਭਾਈ ਲਾਲੋ ਦੇ ਘਰ ਜਾਂਦੇ ਨੇ। ਬੜੇ ਤਰੀਕੇ ਦੇ ਨਾਲ ਸਾਖੀ ਲਿਖੀ ਗਈ ਹੈ ਕਿ ਬਾਬਾ ਜੀ ਜਦੋਂ ਗਏ ਭਾਈ ਲਾਲੋ ਜੀ ਦੇ ਘਰੇ, ਦਰਵਾਜ਼ਾ ਖੋਲ੍ਹਿਆ, ਅੰਦਰ ਪ੍ਰਵੇਸ਼ ਕੀਤਾ ਤੇ ਵਿਹੜੇ ਦੇ ਵਿੱਚ ਉਹ ਲੱਕੜ ਦਾ ਕੰਮ ਕਰ ਰਿਹਾ, ਕਿਉਂਕਿ ਉਹਦਾ ਕਾਰਪੈਂਟਰ ਦੀ ਜੌਬ ਸੀਗੀ, ਤਰਖਾਣਾ ਕੰਮ ਜਿਹਨੂੰ ਕਹਿ ਦਿੰਦੇ ਅਸੀਂ। ਤੇ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਉਹ ਧੰਨ ਹੋ ਗਿਆ। ਮੈਂ ਸੋਚਦਾ ਕੈਸਾ ਦਰਵਾਜ਼ਾ ਹੋਏਗਾ, ਉਹ ਕੈਸੀਆਂ ਬਰੂਹਾਂ ਹੋਣਗੀਆਂ, ਕੈਸਾ ਵਿਹੜਾ ਹੋਏਗਾ ਜਿੱਥੇ ਗੁਰੂ ਨਾਨਕ ਸਾਹਿਬ ਆਪ ਤੁਰ ਕੇ ਗਏ। ਤੁਸੀਂ ਇੱਕ ਪੱਲੀ ਮਾਣ ਕੇ ਦੇਖੋ ਉਸ ਰੰਗ ਨੂੰ। ਉਹ ਧੰਨ ਹੋ ਗਿਆ। ਉਹਨੇ ਕਿਹਾ ਬਾਬਾ ਨਾਨਕ ਤੁਸੀਂ ਮੇਰੇ ਘਰ ਆਏ। ਅੱਗੇ ਵੱਧ ਕੇ ਨਮਸਕਾਰ ਕੀਤੀ। ਬਾਬਾ ਨਾਨਕ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ, ਲਾਲੋ ਤੇਰੇ ਤੇ ਗੁਰੂ ਕੀ ਖੁਸ਼ੀ ਹੈ। ਲਾਲੋ ਸਾਰੀ ਉਮਰ ਕਿੱਲੇ ਹੀ ਕੱਢਦਾ ਰਹੇਗਾ, ਸਾਰੀ ਉਮਰ ਮੰਜੀਆਂ ਦੀਆਂ ਕਾਣਾ ਕੱਢਦਾ ਰਹੇਗਾ। ਲਾਲੋ ਜੀਵਨ ਕਦੋਂ ਕੱਢੇਗਾ? ਲਾਲੋ ਆਪਣੇ ਮਨ ਦੀਆਂ ਕਾਣਾ ਕਦੋਂ ਕੱਢੇਗਾ? ਹੁਣ ਆਹ ਜਿਹੜੀ ਚੀਜ਼ ਹੈ ਲਾਲੋ ਨੂੰ ਅੱਜ ਤੱਕ ਕਿਸੇ ਨੇ ਨਹੀਂ ਕਹੀ। ਇੱਕਦਮ ਗੱਲ ਅੰਦਰ ਕਰ ਗਈ। ਬਾਬਾ ਜੀ ਕਹਿੰਦੇ ਉੱਥੇ ਰਾਤ ਰੁਕੇ, ਸੇਵਾ ਕੀਤੀ ਜਿੰਨੀ ਕਰ ਸਕਦਾ ਸੀਗਾ। ਰਾਤ ਸਾਰੀ ਨੀਂਦ ਨਹੀਂ ਆਈ। ਬਾਬਾ ਜੀ ਨੇ ਕੀ ਗੱਲ ਕਹੀ? ਦਿਨ ਚੜ੍ਹਿਆ, ਗੁਰੂ ਨਾਨਕ ਮਹਾਰਾਜ ਜੀ ਨੇ ਕਰਤਾਰ ਦੀ ਕੀਰਤੀ ਦੇ ਵਿੱਚ ਕੀਰਤਨ ਗਾਇਆ। ਕੁਝ ਨਗਰ ਕਿਰਾਂ ਤੋਂ ਲੋਕ ਆਏ ਜਿਨ੍ਹਾਂ ਸੰਗਤ ਕੀਤੀ, ਮਾਣਿਆ ਉਸ ਕੀਰਤਨ ਨੂੰ। ਜਦੋਂ ਛੱਡ ਗਏ, ਚਲੇ ਗਏ, ਹੁਣ ਰਹਿ ਗਏ ਗੁਰੂ ਨਾਨਕ ਸਾਹਿਬ, ਭਾਈ ਲਾਲੋ ਜੀ ਤੇ ਭਾਈ ਮਰਦਾਨਾ ਜੀ। ਲਾਲੋ ਜੀ ਬਾਬਾ ਨਾਨਕ ਜੀ ਨਾਲ ਬਾਤ ਪਾਉਂਦੇ ਤੇ ਬਾਤ ਪਾਉਂਦੇ ਕਹਿੰਦੇ, ਬਾਬਾ ਤੇਰੇ ਤੇ ਮੇਰੇ 'ਚ ਬਹੁਤਾ ਫਰਕ ਤੇ ਹੈ ਨਹੀਂਗਾ। ਭਾਈ ਮਰਦਾਨਾ ਜੀ ਸੋਚਦੇ
ਲਾਲੋ ਕੈਸੀਆਂ ਗੱਲਾਂ ਕਰ ਰਿਹਾ। ਗੁਰੂ ਨਾਨਕ ਸਾਹਿਬ ਦੇ ਵਿੱਚ ਤੇ ਲਾਲੋ ਜੀ ਤੁਹਾਡੇ ਵਿੱਚ ਫਰਕ ਨਹੀਂ, ਬੜਾ ਵੱਡਾ ਫਰਕ ਹੈ। ਤੁਸੀਂ ਵੇਖੋ ਤੇ ਸਹੀ। ਪਰ ਭਾਈ ਲਾਲੋ ਜੀ ਆਪਣੀ ਗੱਲ ਕਰ ਰਹੇ ਨੇ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਮੇਰੇ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਗਾ। ਹਕੀਕਤ ਇਹ ਹੈ ਅਸੀਂ ਦੋਵੇਂ ਹੀ ਕਾਰੀਗਰੀ ਦਾ ਕੰਮ ਕਰਦੇ ਹਾਂ, ਸਕਿਲਡ ਵਰਕਰ। ਸਾਡੇ ਦੋਵਾਂ ਦਾ ਸਕਿੱਲ ਦਾ ਕੰਮ ਹੈ ਅਸਲ ਦੇ ਵਿੱਚ। ਕਾਰੀਗਰ ਹਾਂ। ਮੈਨੂੰ ਪਤਾ ਤੁਸੀਂ ਆਪਣੇ ਫਨ ਦੇ, ਆਪਣੀ ਸਕਿੱਲ ਦੇ ਬੜੇ ਮਾਹਰ ਹੋ, ਬੜੇ ਤੁਸੀਂ ਜਿਹੜਾ ਹੈ ਐਕਸਪਰਟ ਹੋ। ਮੈਂ ਆਪਣੀ ਸਕਿੱਲ ਦਾ ਬੜਾ ਐਕਸਪਰਟ, ਮੈਂ ਆਪਣੇ ਫਨ ਦਾ ਬੜਾ ਮਾਹਰ ਹਾਂ। ਜੋ ਕੰਮ ਮੈਨੂੰ ਹੁੰਦਾ ਉਹਦੇ ਵਰਗਾ ਕੰਮ ਕੋਈ ਆਲੇ ਦੁਆਲੇ ਨਹੀਂ ਕਰ ਸਕਦਾ। ਮੇਰੀ ਪੂਰੀ ਸੈਦਪੁਰ ਦੇ ਆਲੇ ਦੁਆਲੇ ਸੇਪ ਆ। ਮੈਂ ਲੋਕਾਂ ਦੇ ਕੰਮ ਕਰਦਾ ਜਾ ਕੇ। ਤੁਸੀਂ ਕਿਸੇ ਤੋਂ ਪੁੱਛ ਲਓ ਜਾ ਕੇ ਲਾਲੋ ਦੇ ਕੰਮ 'ਚ ਕਦੀ ਕੋਈ ਕਮੀ ਆਈ ਹੋਇਆ? ਬਿਲਕੁਲ ਨਹੀਂ ਬਾਬਾ, ਕੋਈ ਕਮੀ ਨਹੀਂ। ਬਿਲਕੁਲ ਜਿਵੇਂ ਦਾ ਕੋਈ ਕੰਮ ਚਾਹੁੰਦਾ ਉਸੇ ਤਰੀਕੇ ਦਾ ਮੈਂ ਲੱਕੜ ਦਾ ਕੰਮ ਕਰ ਦੇਣਾ। ਇਹ ਮੇਰੀ ਖਾਸੀਅਤ ਹੈ। ਬਾਬਾ ਤੂੰ ਵੀ ਇੱਕ ਬੜਾ ਵੱਡਾ ਕਲਾਕਾਰ ਹੈ, ਤੂੰ ਵੀ ਇੱਕ ਬੜਾ ਵੱਡਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਲਾ ਦਾ ਮਾਹਰ ਹੈ। ਤੂੰ ਬਹੁਤ ਵੱਡਾ ਸਕਿੱਲ ਜਾਣਨ ਵਾਲਾ ਸ਼ਖਸੀਅਤ ਹੈ। ਉਸ ਰੂਪ ਦੇ ਵਿੱਚ ਆਪਣੀ ਕਲਾ ਦੀ ਮਹਾਰੀਅਤ ਰੱਖਦਾ ਆ। ਫਰਕ ਸਿਰਫ ਇੰਨਾ ਹੈ, ਮੈਂ ਲੱਕੜਾਂ ਘੜਨੀਆਂ ਜਾਣਨਾ, ਮੈਂ ਲੱਕੜਾਂ ਘੜਦਾ। ਤੂੰ ਜੀਵਨ ਘੜਨੇ ਜਾਣਨਾ, ਤੂੰ ਜੀਵਨ ਘੜਦਾ। ਤੂੰ ਮਨੁੱਖਾਂ ਦੀ ਜ਼ਿੰਦਗੀ ਕੱਢ ਦੇਣਾ, ਮਨੁੱਖਾਂ ਦੇ ਮਨ ਕੱਢ ਦੇਣਾ। ਬਾਬਾ ਬੀਤੇ ਕੱਲ ਤੁਸੀਂ ਗੱਲ ਕਹੀ ਸੀ ਮੈਨੂੰ ਆ ਕੇ ਮੇਰੇ ਘਰੇ, ਲਾਲੋ ਸਾਰੀ ਉਮਰ ਲੱਕੜਾਂ ਹੀ ਕੱਢਦਾ ਰਹੇਗਾ, ਸਾਰੀ ਉਮਰ ਮੰਜੀਆਂ ਦੀਆਂ ਕਾਣਾਂ ਕੱਢਦਾ ਰਹੇਗਾ, ਜੀਵਨ ਕਦੋਂ ਕੱਢੇਗਾ? ਬਾਬਾ ਮੈਂ ਸੱਚ ਦੱਸਾਂ ਤੈਨੂੰ, ਮੇਰੀ ਸਮਰੱਥਾ ਨਹੀਂ ਇੰਨੀ, ਮੇਰੀ ਪਾਇਆ ਨਹੀਂ ਇੰਨੀ। ਮੈਂ ਮੰਜੀਆਂ ਘੜ ਸਕਣਾ, ਮੈਂ ਕਿੱਲੇ ਘੜ ਸਕਣਾ, ਮੈਂ ਲੱਕੜ ਘੜ ਸਕਣਾ, ਮੈਂ ਘੜ ਰਿਹਾ, ਮੈਂ ਕਰ ਰਿਹਾ। ਤੇ ਆਪਣੇ ਫਨ ਦਾ ਪੂਰਾ ਮਾਹਰ ਆ ਬਾਬਾ ਮੈਂ। ਬਾਬਾ ਤੂੰ ਵੀ ਆਪਣੇ ਫਨ ਦਾ ਮਾਹਰ ਹੈ ਪੂਰਾ। ਤੂੰ ਲੋਕਾਂ ਦੇ ਜੀਵਨ ਕੱਢ ਦੇਣਾ ਹੈ, ਮਨ ਕੱਢ ਦੇਣਾ ਹੈ। ਬਾਬਾ ਮੇਰੇ ਘਰ ਆਇਆ ਤੇ ਮੈਨੂੰ ਤੂੰ ਖੁਦ ਇਹ ਬਾਤ ਕਹੀ ਹੈ। ਬਾਬਾ ਦੇਖ ਤੈਨੂੰ ਉਲਾਮਾ ਮਿਲੇਗਾ ਇਸ ਗੱਲ ਦਾ ਜੇ ਤੂੰ ਆਪਣਾ ਕੰਮ ਪੂਰਾ ਨਾ ਕੀਤਾ। ਤੁਸੀਂ ਖੁਦ ਕਿਹਾ ਆ ਹੁਣ ਮੇਰੇ ਘਰ ਆਇਓ, ਮੇਰੇ ਘਰ ਤੋਂ ਜਾਇਆ ਜੇ ਉਦੋਂ ਜਦੋਂ ਮੇਰਾ ਜੀਵਨ ਕੜਿਆ ਜਾਏ, ਜਦੋਂ ਮੇਰਾ ਮਨ ਕੜਿਆ ਜਾਏ। ਨਹੀਂ ਤੇ ਲੋਕ ਉਲਾਮਾ ਦੇਣਗੇ ਗੁਰੂ ਨਾਨਕ ਸਾਹਿਬ ਆਪਣਾ ਕੰਮ ਅੱਧਾ ਅਧੂਰਾ ਛੱਡ ਗਏ। ਬਾਬਾ ਜੀ ਹੁਣ ਤੁਸੀਂ ਆਪਣਾ ਕੰਮ ਪੂਰਾ ਕਰਿਆ ਜੇ। ਬਾਬਾ ਨਾਨਕ ਜੀ ਮੁਸਕਰਾਉਂਦੇ ਤੇ ਮੁਸਕਰਾ ਕੇ ਕਹਿੰਦੇ ਲਾਲੋ ਤੇਰੀ ਪ੍ਰੇਮਾ ਭਗਤੀ ਨੂੰ ਸਮਝ ਗਏ। ਜੋ ਤੂੰ ਕਹਿਣਾ ਚਾਹੁੰਦਾ ਬਾਤ ਬਿਲਕੁਲ ਉਸੇ ਤਰ੍ਹਾਂ ਹੀ ਫੜ ਲਈ ਜਿਵੇਂ ਤੂੰ ਕਹੀ ਹੈ। ਲਾਲੋ ਜੇ ਤੂੰ ਕਹੇ ਤੈਨੂੰ ਕੁਝ ਕਹਿ ਸਕਦੇ ਆ? ਕਹਿਣ ਲੱਗਾ ਬਾਬਾ ਜ਼ਰੂਰ, ਮੈਂ ਤੁਹਾਡੇ ਬਚਨਾਂ ਤੋਂ ਆਪਣੀ ਜਾਨ ਬਲਿਹਾਰ ਕਰਾਂਗਾ। ਬਾਬਾ ਜੀ ਦੱਸੋ। ਬਾਬਾ ਜੀ ਕਹਿੰਦੇ ਲਾਲੋ ਸਿਰਫ ਇਤਨਾ ਹੀ ਤੈਨੂੰ ਪੁੱਛਣਾ ਆ, ਜਿਨ੍ਹਾਂ ਦਾ ਤੂੰ ਸਮਾਨ ਬਣਾਉਣਾ ਆ, ਜਿਨ੍ਹਾਂ ਦੇ ਤੂੰ ਚੀਜ਼ਾਂ ਨੂੰ ਘੜਦਾ ਬਣਾਉਣਾ ਆ, ਕੀ ਕਹਿਣਾ ਉਹਨਾਂ ਨੂੰ ਜੋ ਤੇਰੇ ਗਾਹਕ ਨੇ ਅਸਲ ਦੇ? ਕਹਿੰਦਾ ਬਾਬਾ ਜੀ ਸਪੋਜ਼ ਕਰੋ ਜਿਵੇਂ ਜੇ ਕਿਸੇ ਨੇ ਚਰਖਾ ਬਣਾਉਣਾ ਆ ਤੇ ਮੈਂ ਉਹਨੂੰ ਕਹਿੰਦਾ ਮੈਨੂੰ ਲੱਕੜ ਲਿਆ ਕੇ ਦਿਓ, ਮੈਂ ਚਰਖਾ ਬਣਾ ਦਿੰਦਾ ਵਾ। ਜੇ ਕਿਸੇ ਨੇ ਕੋਈ ਹਲ ਪੰਜਾਲੀ ਬਣਾਉਣੀ ਹੈ ਮੈਂ ਉਹੋ ਜਿਹੀ ਲੱਕੜ ਮੰਗਾਉਣਾ, ਲੱਕੜ ਲਿਆ ਦਿੰਦੇ ਉਸ ਤਰੀਕੇ ਨਾਲ। ਠੀਕ, ਉਹ ਲੱਕੜ ਤੇਰੇ ਹਵਾਲੇ ਕਰ ਦੇ ਤੂੰ? ਬਾਬਾ ਜੀ ਹਾਂ ਮੇਰੇ ਹਵਾਲੇ ਕਰ ਦੇ ਲੱਕੜ, ਮੈਂ ਘੜ ਕੇ ਉਹਨੂੰ ਐਨ ਬਿਲਕੁਲ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਬਣਾ ਦਿੰਦਾ। ਬਾਬਾ ਜੀ ਕਹਿੰਦੇ ਬਸ ਠੀਕ ਹੈ ਲਾ ਲਓ, ਤੇਰਾ ਤੇ ਮੇਰਾ ਵੀ ਸੌਦਾ ਹੋ ਗਿਆ। ਤੂੰ ਕਿਹਾ ਕਿ ਮੈਂ ਆਪਣੀ ਕੰਮ ਜਿਹੜਾ ਹੈਗਾ ਪੂਰਾ ਕਰਾਂਗਾ, ਮੈਂ ਪੂਰਾ ਕਰਾਂਗਾ ਲਾ ਲਓ। ਬਸ ਮੇਰਾ ਸਿਰਫ ਇਤਨਾ ਹੀ ਤੇਰੇ ਨਾਲ ਸਵਾਲ ਆ, ਕੀ ਕਢਾਣਾ ਮੇਰੇ ਤੋਂ? ਜੋ ਕਢਾਣਾ ਲਿਆ ਮੇਰੇ ਕੋਲ। ਮਨ ਕਢਾਣਾ ਲਿਆ ਮਨ ਦੇ ਮੈਨੂੰ, ਜੀਵਨ ਕਢਾਣਾ ਲਿਆ ਜੀਵਨ ਦੇ ਮੈਨੂੰ। ਲਾਲੋ ਇਹ ਤੇ ਨਾ ਹੋ ਸਕਦਾ ਕਿ ਤੂੰ ਆਪਣਾ ਮਨ ਆਪਣੇ ਕੋਲ ਲੈ ਕੇ ਫਿਰੇ ਤੇ ਉਲਾਮਾ ਮੈਨੂੰ ਦੇ। ਬਾਬਾ ਤੂੰ ਮੇਰਾ ਮਨ ਨਹੀਂ ਕੜਿਆ ਨਾ, ਮੇਰੇ ਹਵਾਲੇ ਕਰ ਇਹਨੂੰ। ਇਹਨੂੰ ਕਹਿੰਦੇ ਨੇ ਡੈਡੀਕੇਸ਼ਨ, ਸਮਰਪਣ। ਅੰਗਰੇਜ਼ੀ ਦੀ ਸੇਇੰਗ ਹੈਗੀ ਹੈ, ਡਿਵੋਸ਼ਨ ਕਮਸ ਆਫਟਰ ਡੈਡੀਕੇਸ਼ਨ। ਜੇ ਅਸੀਂ ਆਪਣੇ ਆਪ ਨੂੰ ਕਿਸੇ ਦੇ ਸਮਰਪਿਤ ਸਪੁਰਦ ਨਹੀਂ ਕਰਾਂਗੇ ਕਿਵੇਂ ਕੜਿਆ ਜਾਏਗਾ? ਜਦੋਂ ਬੰਦਾ ਜੀਵਨ ਨੂੰ ਤਬਦੀਲ ਕਰਨਾ ਚਾਹੁੰਦਾ ਆ, ਬਦਲਣਾ ਚਾਹੁੰਦਾ ਆ, ਆਪ ਕਰੇ ਕਿਸ ਆਖੀਏ, ਫਿਰ ਹੋਰਾਂ ਨੂੰ ਛੱਡੇ, ਆਪਣੇ ਆਪ ਤੇ ਐਮਫਸਾਈਜ਼ ਕਰੇ, ਆਪਣੇ ਆਪ ਨੂੰ ਕਿਸੇ ਆਪਣੇ ਤੋਂ ਉਚੇਰੇ ਡਿਸਿਪਲਿਨ ਸਕੂਲ ਆਫ ਥਾਟ ਦੇ ਹਵਾਲੇ ਕਰੇ। ਉਹ ਸਕੂਲ ਆਫ ਥਾਟ ਨੂੰ ਆਪਣੇ ਉੱਤੇ ਕੰਪਲੀਟਲੀ ਧਾਰਨ ਕਰੇ, ਦੈਟ ਇਜ਼ ਧਰਮ, ਲਾਗੂ ਕਰੇ, ਉਹਨੂੰ ਪੂਰੀ ਤਰ੍ਹਾਂ ਅਡਾਪਟ ਕਰ ਲਵੇ, ਐਕਸੈਪਟ ਕਰ ਲਵੇ, ਜੀਣਾ ਸ਼ੁਰੂ ਕਰ ਦੇਵੇ। ਫਿਰ ਪਤਾ ਲੱਗੇਗਾ ਕਰਨ ਕਰਾਉਣ ਵਾਲਾ ਤੇ ਆਪੇ ਆਪ ਹੀ ਆ। ਉਹ ਸਕੂਲ ਆਫ ਥਾਟ ਜਿਹੜਾ ਪਹਿਲਾ ਸਕੂਲ ਆਫ ਥਾਟ ਸੀ ਉਹੀ ਸਾਰੀਆਂ ਕਮੀਆਂ ਕ੍ਰੀਏਟ ਕਰ ਰਿਹਾ ਸੀਗਾ।
ਮੇਰੀ ਸੋਚ, ਮੇਰੇ ਸੋਚਣ ਦਾ ਤਰੀਕਾ ਹੀ ਮੈਨੂੰ ਦੁੱਖ ਦੇ ਰਿਹਾ ਸੀਗਾ। ਹੁਣ ਮੇਰੀ ਸੋਚ ਤੇ ਮੇਰੇ ਸੋਚਣ ਦਾ ਤਰੀਕਾ ਹੀ ਮੈਨੂੰ ਬੈਨੀਫਿਟ ਦੇ ਰਿਹਾ, ਮੈਨੂੰ ਖੁਸ਼ੀ ਦੇ ਰਿਹਾ। ਆਪ ਕਰੇ ਆਪ ਆ, ਮੇਰਾ ਆਪਾ ਬਦਲ ਗਿਆ। ਪਹਿਲਾਂ ਕੂੜ ਦਾ ਆਪਾ ਸੀਗਾ, ਉਹ ਮੈਨੂੰ ਕੂੜ ਹੀ ਬਣਾਈ ਜਾ ਰਿਹਾ ਸੀ। ਮੈਂ ਉਹਨੂੰ ਆਪਣਾ ਸਮਝ ਕੇ ਬੈਠਾ ਸੀਗਾ ਵੀ ਇਹ ਮੇਰਾ ਆਪਾ ਆ। ਐਕਚੁਅਲੀ ਸੀਗੀ ਉਹ ਜੈਲਸ, ਸੀਗਾ ਉਹ ਦਵੈਖ, ਸੀਗੀ ਉਹ ਅਮੂੜਤਾ, ਇਲਿਟਰੇਸ਼ਨ। ਐਂਡ ਆਈ ਵਾਜ਼ ਕੰਸੀਡਰਿੰਗ ਇਟਸ ਮੀ। ਇਟ ਵਾਜ਼ਨਟ ਮੀ, ਇਟ ਵਾਜ਼ ਫਿਲਥ, ਮੈਲ। ਜੇ ਕੱਪੜਾ ਆਪਣਾ ਵਜੂਦ ਮੈਲ 'ਚ ਦੇਖਣਾ ਸ਼ੁਰੂ ਕਰ ਦੇ ਵੀ ਮੈਲ ਹੀ ਮੈਂ ਆ, ਤੇ ਕੱਪੜੇ ਦਾ ਰੰਗ ਦੇ ਬਾਹਰ ਆਵੇਗਾ ਨਾ। ਭਾਂਡਾ ਮੈਲ ਨੂੰ ਪਿਆਰ ਕਰਨ ਲੱਗ ਜਾਏ ਤੇ ਕਿ ਨੋ 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 ਨੋ, ਡੋਂਟ ਇਵਨ ਟੱਚ ਇਟ, ਯੂ ਨੋ, ਇਟਸ ਮੀ, ਬਟ ਇਟਸ ਨੋਟ ਯੂ। ਯੂ ਆਰ ਟੋਟਲੀ ਡਿਫਰੈਂਟ ਕੰਪੇਅਰ ਟੂ ਦਿਸ ਥਿੰਗ। ਜਿਹਨੂੰ ਅਸੀਂ ਮੈਂ ਸਮਝ ਕੇ ਬੈਠੇ ਆ ਨਾ, ਕੋਈ ਮਾੜਾ ਜੀ ਕੋਈ ਗੱਲ ਕਹੇ, ਸਾਨੂੰ ਕੋਈ ਕ੍ਰਿਟੀਸਾਈਜ਼ ਹੀ ਕਰਦੇ ਕੋਈ ਛੋਟੀ ਮੋਟੀ ਗੱਲ ਦੇ ਉੱਤੇ, ਅਸੀਂ ਕਹਿੰਦੇ ਆ ਦੋ ਕੋਈ ਤੇਰੀ ਹਿੰਮਤ ਕਿਵੇਂ ਹੋਈ। ਉਹ ਭਾਈ ਤੈਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਜਾ ਰਿਹਾ, ਤੇਰੀ ਅਲਾਮਤ ਨੂੰ। ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ ਮੈਂ। ਅੱਜ ਤੇ ਲੋਕਾਂ ਨੇ ਸਮਝ ਲਈ ਇਹ ਚੀਜ਼। ਮੈਂ ਤੁਹਾਨੂੰ ਐਡਿਕਸ਼ਨ 'ਚ ਬਿਆਨ ਕਰਦਾ, ਜਿਹੜੇ ਬਹੁਤ ਰਿਸਰਚ ਸਟੱਡੀ ਤੋਂ ਬਾਅਦ ਚੀਜ਼ਾਂ ਆਈਆਂ ਨਿਕਲ ਕੇ। ਘਰ ਦਾ ਕੋਈ ਮੈਂਬਰ ਹੈ, ਮੈਂ ਇਹਨੂੰ ਤੁਹਾਨੂੰ ਕੇਸ ਡਿਸਕਸ਼ਨ 'ਚ ਬਾਤ ਸੁਣਾਉਣਾ। ਮੇਰੇ ਕੋਲ ਹੀ ਕੇਸ ਆਇਆ, ਕਾਫੀ ਸਮੇਂ ਪਹਿਲਾਂ ਦੀ ਗੱਲ ਹੈ, ਅਤੇ ਉਹਦੇ 'ਚ ਹੋਇਆ ਇਹ ਕਿ ਸਿੰਗਲ ਮੌਮ ਸੀਗੀ, ਬੱਚੇ ਨੂੰ ਬੜਾ ਪਿਆਰ ਕਰਦੀ ਹੈ, ਪਰ ਬੱਚਾ ਚਲਾ ਗਿਆ ਹੱਥੋਂ ਕਾਫੀ ਹੱਦ ਤੱਕ। ਜੋ ਜਿਸ ਵਕਤ ਮੇਰੇ ਕੋਲ ਆਈ ਹੈ, ਉਸ ਵਕਤ ਉਹ ਡੀਟੌਕਸੀਫਿਕੇਸ਼ਨ ਵਾਸਤੇ ਗਿਆ ਸੀਗਾ। ਉਹ ਜਿਹੜਾ ਹੈਗਾ ਹੌਸਪੀਟਲਾਈਜ਼ ਹੋਇਆ ਸੀਗਾ ਡੀਟੌਕਸੀਫਿਕੇਸ਼ਨ ਸੈਂਟਰ ਦੇ ਵਿੱਚ। ਉਹਦਾ ਚੱਲ ਰਿਹਾ ਹੈਗਾ ਮੈਡੀਸਨ, ਦਵਾਈਆਂ ਵਗੈਰਾ ਉਹਦੇ ਜ਼ਰੀਏ ਉਹਦੀ ਉਹ ਕ੍ਰੇਵਿੰਗ ਨੂੰ ਕੰਟਰੋਲ ਕਰ ਰਹੇ ਨੇ। ਖੈਰ ਮੈਨੂੰ ਕਹਿਣ ਲੱਗੀ ਮੈਂ ਬਹੁਤ ਤੰਗ ਹਾਂ, ਸੁਨੇਹੇ ਆਏ ਨੇ ਬੜੀ ਵਾਰੀ ਉਹਦੇ, ਬਟ ਆਈ ਡੋਂਟ ਵਾਂਟ ਟੂ ਗੋ ਦੇਅਰ, ਬਿਕੋਜ਼ ਇਫ ਆਈ ਗੋ ਦੇਅਰ ਹੀ ਇਜ਼ ਗੋਨਾ ਸੇ ਮੀ ਪਲੀਜ਼ ਸਪੋਰਟ ਮੀ, ਮੈਨੂੰ ਸ਼ੈਲਟਰ ਨਾ ਭੇਜੋ, ਮੈਨੂੰ ਘਰ ਲੈ ਆਇਓ, ਇਹ ਸਭ ਕੁਛ। And being a mom, it's hard for me to say no. So I have no clue. And if I won't go, he's going to hate me. Even if I go there and if I say no, I cannot allow you to come at my place, because you're going to actually trap again in same kind of habits. Then again, I won't be able to actually save this relationship at all. ਸੋ ਇਹਦੇ ਬਾਰੇ ਮੈਨੂੰ ਕੁਛ ਬਾਤ ਕਰੋ। ਮੈਂ ਕਿਹਾ ਠੀਕ ਹੈ। ਮੈਨੂੰ ਰੋਲ ਪਲੇ 'ਚ ਬਾਤ ਕੀਤੀ, ਜੋ ਸਟੱਡੀ ਸਾਡੇ ਕੋਲ ਆ ਰਹੀ ਸਾਰੀ। ਮੈਂ ਕਿਹਾ ਉਹਦੇ ਨਾਲ ਜਾ ਕੇ ਗੱਲ ਕਰੋ, ਉਹਨੂੰ ਜਾ ਕੇ ਉਹਦੀ ਗੱਲ ਸੁਣਿਓ ਪਹਿਲਾਂ ਪੂਰੀ ਤਰ੍ਹਾਂ, ਫਿਰ ਉਹਨੂੰ ਕਹੋ ਵੀ ਆਈ ਲਵ ਯੂ ਬੇਟਾ, ਡੋਂਟ ਵਰੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਬੇਟਾ। ਗੱਲ ਕੀ ਹੈ, ਉਹਦੇ ਬਚਪਨ ਬਾਰੇ ਦੱਸਿਆ ਜੀ ਉਹਨੂੰ, ਜਦੋਂ ਕਿਤੇ ਉਹ ਤੁਹਾਨੂੰ ਬੜਾ ਪਿਆਰ ਕਰਦਾ ਸੀਗਾ, ਆਖੇ ਲੱਗਦਾ ਸੀਗਾ। ਕਹਿੰਦੀ ਬੜਾ ਓਬੀਡੈਂਟ ਬੱਚਾ ਸੀਗਾ, ਬੜਾ ਨਾਈਸ, ਬੜਾ ਸਮਾਰਟ ਕਿਡ ਸੀਗਾ, ਉਹਨੇ ਬੜੀਆਂ ਮੈਮਰੀ ਸੁਣੀ। ਮੈਂ ਕਿਹਾ ਸਾਰੀਆਂ ਸੁਣਾਇਆ ਜੋ, ਬਿਲਕੁਲ। ਸ਼ਾਇਦ ਤੁਹਾਨੂੰ ਰੋਣ ਵੀ ਆਏਗਾ, ਉਹ ਵੀ ਰੋਏਗਾ, ਇਟਸ ਓਕੇ, ਬਟ ਕੀਪ ਔਨ ਟਾਕਿੰਗ ਅਬਾਊਟ ਇਟ, ਆਲ ਦੈਟ। ਐਂਡ ਦੈਨ ਐਟ ਲਾਸਟ ਦੇ ਉੱਤੇ ਜਾ ਕੇ ਉਹਨੂੰ ਕਿਹਾ ਜੇ ਕਿ ਬੇਟਾ ਆਈ ਨੀਡ ਯੂਰ ਹੈਲਪ, ਮੈਨੂੰ ਤੇਰੀ ਮਦਦ ਚਾਹੀਦੀ ਹੈ। ਤੂੰ ਕਹੇਗਾ ਮੌਮ ਵਾਟ? ਬੇਟਾ ਜਿਹੜਾ ਉਹ ਬੇਟਾ ਇੰਨਾ ਪਿਆਰ ਕਰਦਾ ਸੀਗਾ, ਇੰਨਾ ਲਾਇਕ ਸੀਗਾ, ਉਹ ਸਾਰਾ ਜਿਹੜਾ ਬੱਚਾ ਸੀਗਾ, ਉਹਨੂੰ ਇੱਕ ਬੈਡ ਬਿਹੇਵੀਅਰ ਮੇਰੇ ਤੋਂ ਚੋਰੀ ਕਰਕੇ ਲੈ ਗਿਆ। ਬੇਟਾ ਪਲੀਜ਼ ਹੈਲਪ ਮੀ ਟੂ ਫਾਈਂਡ ਆਊਟ ਦੈਟ ਕਿਡ ਵਿਚ ਆਈ ਐਮ ਮਿਸਿੰਗ। ਉਹ ਜਿਹੜਾ ਬਿਹੇਵੀਅਰ ਉਹਦੇ ਤੇ ਡੋਮੀਨੇਟ ਕਰ ਗਿਆ, ਜਿਹਦੇ ਕਰਕੇ ਉਹਦੀ ਖੁਦ ਦੀ ਪਰਸਨੈਲਿਟੀ, ਫਿਰ ਖੁਦ ਉਹਦਾ ਆਪਣਾ ਪਰਸੋਨਾ ਨਹੀਂ ਉਹਨੂੰ ਯਾਦ ਰਿਹਾ। ਬੇਟਾ ਆਪਾਂ ਕਿਸੇ ਤਰੀਕੇ ਦੇ ਨਾਲ ਉਸ ਸ਼ੈੱਲ ਵਿੱਚੋਂ ਬਾਹਰ ਕੱਢੀਏ ਉਹਨੂੰ। ਬੇਟਾ ਮੈਨੂੰ ਤੇਰੀ ਬੜੀ ਹੈਲਪ ਦੀ ਲੋੜ ਹੈ। ਆਈ ਮਿਸ ਦੈਟ ਕਿਡ, ਦੈਟ ਇਜ਼ ਮਾਈ ਰੀਅਲ ਕਿਡ। ਹੁਣ ਜਦੋਂ ਉਹਨੂੰ ਸਾਰੀ ਇਸ ਤਰੀਕੇ ਨਾਲ ਬਾਤ ਸਮਝਾਈ, ਉਹ ਗਈ ਉੱਥੇ। ਉਸ ਤੋਂ ਬਾਅਦ ਉਹਨੇ ਦੱਸਿਆ, ਉਹ ਕਹਿੰਦੀ ਇਟ ਵਾਜ਼ ਕਾਈਂਡ ਆਫ ਏ ਲਾਈਫ ਚੇਂਜਿੰਗ ਐਕਸਪੀਰੀਅੰਸ। ਉਹ ਕਹਿੰਦੀ ਦੈਟ ਟਾਈਮ ਹੀ ਡਿਡਨਟ ਸੇ ਐਨੀਥਿੰਗ,
ही वॉज जस्ट क्राइंग एंड आई वॉज थिंकिंग पता नहीं मैं ठीक भी किया कि नहीं किया, ऐसा ना होए कुछ अपने आप को कर लवे, कुछ हो जाए। कहती फिर मैं आ गई। फिर उस तो बाद कोई 5-4 घंटे बाद उसकी कॉल आई वापस। फिर मैं उसकी सोशल वर्कर नाल भी गल की तो टोटली डिफरेंट स्टेट ऑफ माइंड से आ गया। ये की है किसी को शीशा विखा देना, हू यू आर। संसार दे विच भी यही है। संसार जिहड़ा सानूं दिखदा ना, बाणी कहंदी ये जिहड़ा संसार तू देखदा ना, ये की है? ये हर का रूप है। ये विस संसार तुम देखदे, जिन्हों तेरियां अखां जहर वेंदियां ने, जहर नहीं गा, ये विस संसार तुम देखदे। ये हर का रूप है। हर रूप नजरी आया, ध्यान नाल देख, हरि दा रूप ही तेनों नहीं दिस रहा। दिसेगा तां जे तू आ चीज समझ आवेगी, तेनों आप करे किस आखिया। भाई वो बड़ा बेअंत आ, उन्हें ऑटोनमी दी है सानू सारियां नूं। जो चाहिए हो सकते हैं, जो चाहिए कर सकते हैं, जो चाहिए बन सकते हैं। जो खुद ही डिसाइड किया भी कूड़ च रहना, मिट्टी च रहना, भाई कुदरत की नीम खेड है, उन्हें दी सानू आज़ादी। पर मैं कहना ना, मैं नहीं, मैं कूड़ च नहीं रहना। फिर ये भी पॉसिबिलिटी है तू बाहर भी आ सकता। किते की शिकायत करता, काम तो तेरे ही करने वाला सारा। बचन आया आप करे किस आखिए, सब कहते वो करता आप है, होर करे ना कोई तो कोई होर। किसी ने क्या माया वो माड़े काम कराउंदी, किसी ने क्या शैतान आ, किसी ने क्या कोई डेविल फोर्सेस ने वो आउंदियां ने। ये सब चीज़ां बाणी ने कहा कुछ नहीं हैगा, आप ही आप है सब। ये साडियां चॉइसिस ने, असी ही राह डिसाइड करते हैं, असी ही चूज कर रहे हैं सब कुछ। ਉਹਦੀ बात हो रही है ਇਹਦੇ। अगला बचन है आखण तां को जाइए जे भुलड़ा होई। रब अगे शिकायतां तां करो ना जे किते वो भुल गया होए किसी चीज़ नूं, हुण ते जाके तां कहो फिर रब्बा तैनूं दिसदा नहीं, वो तैनूं सुणदा नहीं, रब्बा किन्ना गलत हो रहा है, वो कित्थे तुर गया रब्बा तूं, आ देख दुनिया तेरी सड़ चली आ, खराब हो गया सब कुछ। बाबा जी कहंदे आखण ते उहनूं जो भुल गया होए। बाणी ते कहंदी भुलण अंदर सब को, भुल गुरु करतार ते भुलदा ही नहीं। जदों भुलदा नहीं तो फिर शिकायत किहदी करोगे, शिकवा किहदा करोगे। एक्चुअल लैवल ते जदों ये नियम असीं समझ लईए कि ऐह कर करै सो ऐह कर पावै, जेहा बीजै सो लुणै, बीजे नूं वढदे आ। कुछ समाज कलैक्टिवली बीजदा आ, कुछ इंडिविजुअल लैवल ते बीजिया जांदा। जिहड़ा कलैक्टिवली भी बीजिया जांदा है उहदे विच सारिਆਂ ਦਾ कंट्रीब्यूशन हुंदा है। कुछ चुप करके उहदे च रोल प्ले करते हैं, कुछ एक्टिवली, कुछ बिल्कुल पैसिव हो के। ये है रोल तो सारिਆਂ ਦਾ ही है। तो ये चीज़ां एक दिन च ना बिल्कुल ठीक होंदियां ना खराब होंदियां ने। पछोकड़ च वेखोगे झात मार के, तो जिथे जिन्ना जिन्ना रोल प्ले किया है, तो फिर यह है मैं नहीं तो मेरी आने वाली पुश्त सजा भुगतेगी, मैं नहीं तो मेरी आने वाली पुश्त फल खाएगी। खाना तो है, फ्रूट तो अवेलेबल होएगा सारिਆਂ वास्ते, जिहो जिहा लावांगे उहो जिहा मिलेगा उस रूप दे विच। साहिब बाबा जी ने बयान किया है, साहब कहते भाई करतार कोई भुलिया नहीं गा, असी ध्यान नहीं दे रहे, किस करके ਉਹਦੇ सामने शिकवे शिकायतां करने ਨੂੰ फरमाइशां करने की लोड़ नहीं है। जे होए भूला जाए कहिए आप करता क्यों भुला, फिर बात होर सरल कर दी। जे होए भूला जाए कहिए, जब भुल जाए तो फिर तो जाके कहो। ये कहानी ਨੂੰ मैं बात कह के फिर वाइंड अप कर देना, बाकी रहिंदे शब्द ਨੂੰ आपने जरूर किते पढ़ी सुनी होएगी। भारती खिते च इहो जिहियां कहानियां छोटियां छोटियां बड़ियां लिटरेचर च मिल जांदियां ने। वो कहानी कुछ इस तरह आ कि गर्मी की रुत है, तो कोई परदेसी बंदा पैदल तुर के एक जगह तो दूसरी जगह जा रहा है। रस्ते च करसान का खेत पैंदा, ते करसान का खेत सड़क के नाल है, तो वड्डा सारा अंब का दरख्त है। उस अंब के दरख्त के थले वड्डे खेत दे उत्थे वाटर मिलनस हदवाने मतीरे जिन्होंने कहने लगे ने, वो राखी बैठा। उन्हें देखा परदेसी बंदा दूरों आया लगता, उन्हें आवाज़ मारी, आवाज़ मार के कोल बुला लिया, उन्हें मतीरा तोड़ के दिता, पिला खा लै। उन्हें उस वाटर मिलन हदवाने खाधा। वो च पानी भी होंदा है, फाइबर भी होंदा है, बड़ा स्वादी लगा, मिठा लगा। अंब की छां पै रही है बड़ी खूबसूरत, वो बड़ा जिहड़ा है शीतल। तो आपको पता है अंबां का तो वाटर मिलन का सीजन एक ही होंदा ऑलमोस्ट इंडिया के, सबर सीजन ही होंदा। तो वह उस अंब के बूटे थले थोड़ी देर लिए आराम कर लगा, तो बैठे बैठे दी एकदम ख्याल आया, कहते भी रब कहते वैसे तो बड़ा अकलमंद आ, पर मैनू तो नहीं लगता कि बहुती अकल है रब नूं।
ਵੀ ਜੇ ਅਕਲ ਹੋਏ ਤੇ ਇਹ ਛੋਟੀਆਂ ਛੋਟੀਆਂ ਵੇਲਾਂ ਨੇ, ਏਡੇ ਏਡੇ ਵੱਡੇ ਹਦਵਾਣੇ ਲਾਏ ਨੇ ਇਹਨਾਂ ਨੂੰ। ਏਡਾ ਵੱਡਾ ਅੰਬ ਦਾ ਦਰਖਤ ਹੈ ਤੇ ਏਡੀਆਂ ਏਡੀਆਂ ਅੰਬੀਆਂ ਲਾਈਆਂ ਇਹਨਾਂ ਨੂੰ। ਦੇਖੋ ਨਾ, ਇਹ ਜਸਟਿਸ ਕਿਵੇਂ ਹੁੰਦਾ ਆ? ਵੀ ਜੇ ਅੰਬ ਨੂੰ ਹੀ ਕੁਛ ਲਾਣਾ ਹੈ ਤੇ ਏਡੇ ਏਡੇ ਹਦਵਾਣੇ ਲਾਏ ਜਾਣ। ਇਹਨਾਂ ਵੱਲਾਂ ਨੂੰ ਛੋਟੀਆਂ ਛੋਟੀਆਂ ਅੰਬੀਆਂ ਲਾ ਦਿਓ। ਕੀ ਪਰ ਕਹਿੰਦਾ ਹੁਣ ਰੱਬ ਸਿਆਣਾ ਹੋਏ ਤੇ ਤਾਂ ਇਹਨਾਂ ਅਸਲ 'ਚ ਸਾਨੂੰ, ਇਸ ਤੋਂ ਸਿਆਣਪ ਤੇ ਮੇਰੇ ਕੋਲ ਹੈ। ਇਹ ਕਰਦਿਆਂ ਕਰਦਿਆਂ ਕਿਤੇ ਅੱਖ ਲੱਗ ਗਈ, ਸੋ ਗਿਆ ਤੇ ਹਵਾ ਦਾ ਕਿਤੇ ਜ਼ੋਰ ਲਾ ਕੇ ਜਿਹੜਾ ਹੈਗਾ ਹੁਲਾਰਾ ਆਇਆ, ਪੱਤੇ ਹਿੱਲੇ, ਟਾਹਣੀਆਂ ਹਿੱਲੀਆਂ ਤੇ 2 ਅੰਬੀਆਂ ਟੁੱਟ ਕੇ ਮੂੰਹ ਤੇ ਵੱਜੀਆਂ ਆ ਕੇ। ਇੱਕਦਮ ਅੱਖ ਖੁੱਲ ਗਈ, ਦਿਮਾਗ ਵੀ ਖੁੱਲ ਗਿਆ। ਕਹਿੰਦਾ ਰੱਬਾ ਸ਼ੁਕਰ ਹੈ ਤੂੰ ਮੇਰੀ ਗੱਲ ਨਹੀਂ ਸੁਣੀ। ਵਾਕਿਆ ਜੀ ਬੜਾ ਸਿਆਣਾ ਹੈ। ਜੇ ਕਿਤੇ ਇਹ ਹਦਵਾਣੇ ਤੂੰ ਇਹਨੂੰ ਲਾਏ ਹੁੰਦੇ ਬੂਟੇ ਨੂੰ ਤੇ ਆਪਣਾ ਤੇ ਕੰਮ ਤੇ ਹੋ ਗਿਆ ਸੀ ਹੁਣੇ। 2 ਦੀ ਲੋੜ ਨਹੀਂ ਸੀ, ਇੱਕ ਹੀ ਬੜਾ ਸੀਗਾ। ਐਕਚੁਅਲ ਲੈਵਲ ਤੇ, ਡੀਪ ਲੈਵਲ ਤੇ ਦੇਖਾਂਗੇ ਤੇ ਅਸੀਂ ਇਸੇ ਤਰ੍ਹਾਂ ਕਰ ਰਹੇ ਹਾਂ। ਅਸੀਂ ਕਹਿ ਰਹੇ ਹਾਂ ਨਹੀਂ ਠੀਕ, ਨਹੀਂ ਠੀਕ। ਬਈ ਧਿਆਨ ਦਿਓ ਮਦਰ ਨੇਚਰ ਦੇ, ਭਾਵੇਂ ਈਕੋਸਿਸਟਮ ਹੈ, ਭਾਵੇਂ ਉਹਦਾ ਇਹ ਐਵੋਲੂਸ਼ਨਰੀ ਸਿਸਟਮ ਹੈ, ਸਾਰੇ ਦੇ ਵਿੱਚ ਉਹ ਆਪ ਵਰਤ ਰਿਹਾ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਸਭ ਕਹਿੰਦੇ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ, ਸੁਣੇ ਦੇਖੇ ਬਾਜ ਕਹੇ ਦਾਨ ਅਨਮੰਗਿਆਂ ਦਿਵੈ। ਉਹ ਸੁਣ ਵੀ ਰਿਹਾ, ਉਹ ਵੇਖ ਵੀ ਰਿਹਾ ਤੇ ਬਿਨਾਂ ਸਾਨੂੰ ਦੱਸਿਆ। ਕਿਆ ਸੁਣੇ ਦੇਖੇ ਬਾਜ ਕਹੇ, ਬਿਨਾਂ ਕਹਿਣ ਤੋਂ। ਉਹਨੂੰ ਲੋੜ ਨਹੀਂ ਸਪੈਸੀਫਿਕਲੀ ਤੁਹਾਨੂੰ ਕਹਿਣ ਦੀ। ਕਈ ਵਾਰ ਲੋਕੀ ਪ੍ਰੇਅਰਸ ਕਰਵਾਉਂਦੇ, ਕਦੀ ਕਿਤੋਂ ਕਰਵਾ ਲਓ, ਕਦੀ ਸਿੱਖੀ 'ਚ ਆਪਣੇ ਲਈ ਪ੍ਰੇਅਰ ਆਪ ਵਿੱਚ ਵਰਤੋ ਦੇ, ਆਪਣੇ ਆਪ ਨੂੰ ਵਿੱਚ ਲੈ ਕੇ ਆ। ਦਾਨ ਅਣਮੰਗਿਆਂ ਦੀ ਵੈ, ਬਾਕੀ ਦੇਣ ਵਾਲਾ ਦਾਤਾ ਦਾਨ ਵੀ ਅਣਮੰਗਿਆਂ, ਬਿਨਾਂ ਮੰਗੇ ਹੀ ਦੇਈ ਜਾਂਦਾ ਸਭ ਕੁਝ। ਅਗਲਾ ਬਚਨ ਹੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈਏ ਨਾਨਕ ਹੈ। ਉਹ ਬਿਲਕੁਲ ਸੱਚਾ ਆ, ਜਿਹੜਾ ਸਾਰੀ ਵਿਧੀ ਦਾ ਵਿਧਾਨ ਕੱਢਦਾ ਆ। ਅਸਲ 'ਚ ਹੁਕਮ ਦੀ ਜਿਹੜੀ ਕਲਮ ਆ ਉਹਦੇ ਹੱਥ ਦੇ ਵਿੱਚ ਆ, ਉਹ ਉਸ ਤਰੀਕੇ ਨਾਲ ਵੁੱਢ ਰਿਹਾ, ਉਹਨੂੰ ਚਲਾ ਰਿਹਾ ਉਸ ਰੂਪ ਦੇ ਵਿੱਚ। ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ। ਹੋਰ ਤੇ ਕੋਈ ਕਰਨ ਕਰਾਉਣ ਵਾਲਾ ਹੈ ਨਹੀਂ, ਉਹ ਆਪ ਹੀ ਕਰਨ ਕਰਾਉਣ ਵਾਲਾ ਆ। ਉਹਦੇ ਨਾਲ ਹੀ ਸਾਡੀ ਸਾਂਝ ਅਤੇ ਸਾਡੇ ਅੰਦਰ ਹੀ ਵਰਤ ਰਿਹਾ। ਭਾਵ ਸਾਨੂੰ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ। ਅਸੀਂ ਅੰਤਰੀਵ ਤੌਰ ਤੇ ਚਾਹੁੰਦੇ ਕੀ ਆ, ਜੋ ਚਾਹੁੰਦੇ ਆ ਉਹਦਾ ਸਿਮਰਨ ਕਰਾਂਗੇ, ਉਹਦੀ ਐਫਰਟ ਕਰਾਂਗੇ, ਉਹ ਹੋ ਜਾਏਗਾ। ਇਹ ਗੁਰੂ ਬਾਬਾ ਜੀ ਬਾਤ ਕਰਦੇ ਇਹਦੇ ਵਿੱਚ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ। ਜੇ ਵੱਡਾ ਹਿੱਸਾ ਸਾਡਾ ਟੀਵੀ ਦੇ ਜ਼ਰੀਏ ਸੰਗਤ ਕਥਾ ਸੁਣਦੀ ਹੈ, ਸਿਰਫ ਇਤਨੀ ਕਿ ਇਲਤਜ਼ਾ ਆ ਕਿ ਜੇ ਕਿਸੇ ਪਰਿਵਾਰ ਦਾ ਉੱਥੇ ਕੋਈ ਮੈਂਬਰ ਜਾਂ ਪਰਿਵਾਰ ਦੀਆਂ ਖਾਸ ਕਰਕੇ ਬੱਚੀਆਂ ਉਸ ਪੜ੍ਹਨ ਵਾਸਤੇ ਨਿਊ ਫਾਊਂਡਲੈਂਡ, ਲੈਬਰਾਡੋਰ ਸਾਈਡ, ਨੋਵਾ ਸਕੋਸ਼ੀਆ ਜਾਂ ਨਿਊ ਬਰੰਜ਼ਵਿਕ ਜਾਂ ਪ੍ਰਿੰਸ ਐਡਵਰਡ ਆਈਲੈਂਡ ਹੋਣ ਤਾਂ ਪਲੀਜ਼ ਮੈਨੂੰ ਮਾੜੀ ਜਿਹੀ ਕਾਲ ਜ਼ਰੂਰ ਕਰਿਆ ਜੇ। ਆਮ ਐਕਚੁਅਲੀ ਸਮ ਕਾਈਂਡ ਆਫ ਨੀਡ। ਸੋ ਇਸ ਕਰਕੇ ਮਾਫੀ ਚਾਹਾਂਗੇ, ਇਸ ਅਨਾਊਂਸਮੈਂਟ ਕਰ ਰਹੇ ਹਾਂ ਕਿ ਵੱਡਾ ਹਿੱਸਾ ਸਾਡਾ ਸੰਗਤ ਦਾ ਕੋਸਟ ਟੂ ਕੋਸਟ ਸੁਣਦਾ ਆ। ਜੇ ਆਪ ਕੋਲ ਕੋਈ ਇਹੋ ਜਿਹਾ ਕੁਝ ਬੱਚੇ ਬੱਚੀਆਂ ਉੱਥੇ ਹੋਣ ਤਾਂ actually need some kind of support. Thank you very much being an attentive listener. ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।